ऐसी लाल तुझ बिन कौन करे। हे प्यारे, ਇਹੋ ਜਿਹੀ ਕਰਨੀ ਤੇਰੇ ਬਿਨਾਂ ਕੋਈ ਨਹੀਂ ਕਰ ਸਕਦਾ। ਪ੍ਰਤੱਖ ਕੌਤਕ ਕਰਨ ਦੀ ਸਮਰੱਥਾ ਤਾਂ ਪੂਰਨ ਮਹਾਂਪੁਰਖ ਹੀ ਰੱਖਦੇ ਹਨ, ਜਿਨ੍ਹਾਂ ਪ੍ਰਭੂ ਦੀ ਭਗਤੀ ਕਰਕੇ ਉਸ ਨਾਲ ਅਥਾਹ ਪਿਆਰ ਪਾ ਕੇ ਇਹ ਸਭ ਪ੍ਰਤੱਖ ਕਰਨ ਦੀ ਸ਼ਕਤੀ ਧਾਰਨ ਕੀਤੀ ਹੋਈ ਹੈ। ਇਨਸਾਨ ਦੀ ਜਿਹੋ ਜਿਹੀ ਚੀਜ਼ ਨਾਲ ਪ੍ਰੀਤ ਲੱਗ ਗਈ, ਉਹ ਜਿਹਾ ਹੋ ਜਾਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਦੇ ਪਿਆਰ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਰਮਾਇਣ, ਗੀਤਾ ਅਤੇ ਕੁਰਾਨ ਸ਼ਰੀਫ ਪਿਆਰ ਦੀ ਬਹੁਪੱਖੀ ਮਹਿਮਾ ਦਰਸਾਉਂਦੇ ਕਹਿੰਦੇ ਹਨ ਕਿ ਸਰੀਰ ਸਵਾਸਾਂ ਨਾਲ ਜੀਂਦਾ ਹੈ ਅਤੇ ਆਤਮਾ ਪ੍ਰੀਤੀ ਨਾਲ। ਗੁਰੂ ਨਾਨਕ ਦੇਵ ਜੀ ਦਾ ਮਾਰਗ ਹੀ ਪ੍ਰੇਮ ਮਾਰਗ ਹੈ। ਪ੍ਰੇਮ ਸਾਡੀ ਜ਼ਿੰਦਗੀ ਦਾ ਆਧਾਰ ਹੈ, ਆਤਮਿਕ ਉੱਚਤਾ ਦੀ ਸੀੜੀ ਹੈ, ਸਮਾਜਿਕ ਢਾਂਚੇ ਦਾ ਧੁਰਾ ਹੈ ਤੇ ਪ੍ਰਭੂ ਦੇ ਮਿਲਾਪ ਲਈ ਪੱਕਾ ਰਾਹ ਵੀ। ਪਿਆਰ ਦੀ ਅਵਸਥਾ ਇਤਨੀ ਉੱਚੀ ਤੇ ਸਨਮਾਨਜਨਕ ਹੈ ਕਿ ਯਾਰੜੀ ਦਾ ਸੱਥਰ ਵੀ ਐਸ਼ ਆਰਾਮ ਦੀ ਜ਼ਿੰਦਗੀ ਨਾਲੋਂ ਵੱਧ ਆਨੰਦਮਈ ਜਾਪਦਾ ਹੈ। ਅਜਿਹਾ ਪ੍ਰੇਮ ਪੰਚਮ ਪਾਤਸ਼ਾਹ ਨੇ ਆਪ ਪ੍ਰਾਣਾਂ ਦੀ ਆਹੂਤੀ ਦੇ ਕੇ ਪ੍ਰਚਾਰਿਆ ਹੈ। ਇਸ ਪ੍ਰੇਮ ਦੀ ਮਿਸਾਲ ਨੂੰ ਪੱਕਾ ਕਰਨ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ। ਅਜਿਹੇ ਪ੍ਰੇਮ ਪਤੰਗੇ ਵਾਂਗ ਸਮੇਂ ਉੱਤੇ ਆਪਣੇ ਆਪ ਨੂੰ ਨਿਛਾਵਰ ਕਰਕੇ ਵੀ ਆਪਣੇ ਪ੍ਰੀਤਮ ਦੇ ਦਰਬਾਰ ਵਿੱਚ ਮਕਬੂਲ ਹੋ ਜਾਂਦੇ ਹਨ। ਫਿਰ ਵੀ ਇਹ ਪ੍ਰੇਮ ਦੀਵਾਨੇ ਪਰਮੇਸ਼ਰ ਦੇ ਦਰਬਾਰ ਵਿੱਚ ਇੱਕ ਅਹਿਮ ਪਦਵੀ ਪਾ ਲੈਂਦੇ ਹਨ। ਜੋ ਚਾਹੁੰਦੇ ਹਨ ਕਰ ਸਕਦੇ ਹਨ। ਸਾਰੀ ਸ੍ਰਿਸ਼ਟੀ ਉਸ ਹੁਕਮ ਵਿੱਚ ਹੋ ਜਾਂਦੀ ਹੈ। ਜੋ ਲੀਲਾ ਵਰਤਾਉਣੀ ਚਾਹੁੰਦੇ ਹੋਣ, ਆਪਣੀ ਸ਼ਕਤੀ ਨਾਲ ਮਹਾਂਪੁਰਖ ਵਰਤਾ ਸਕਦੇ ਹਨ। ਇਸ ਤਰ੍ਹਾਂ ਦੀ ਸ਼ਕਤੀ ਦਾ ਪ੍ਰਯੋਗ ਕੀਤਾ ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਨੇ ਚੋਰਨੀ ਨੂੰ ਰਾਣੀ ਦਾ ਖਿਤਾਬ ਬਖਸ਼ਿਆ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਡੇਰੇ ਦੇ ਲੰਗਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਦੇਖ ਕੇ ਦੋ ਜਵਾਨ ਆਦਮੀ ਤੇ ਇੱਕ ਉਹਨਾਂ ਦੀ ਮੁਟਿਆਰ ਭੈਣ ਪ੍ਰਸ਼ਾਦਾ ਛਕਣ ਲਈ ਆਏ, ਪਰ ਸੇਵਕ ਨੇ ਕਿਹਾ ਕਿ ਇਹ ਹੁਕਮ ਬਿਨਾਂ ਨਹੀਂ ਮਿਲਣਾ, ਪਹਿਲਾਂ ਬਾਬਾ ਜੀ ਪਾਸੋਂ ਆਗਿਆ ਲੈ ਕੇ ਆਉਣਾ ਪਵੇਗਾ। ਇਹ ਤਿੰਨੇ ਹੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਟਿੱਲੇ ਵੱਲ ਜਾਣ ਲੱਗੇ ਤਾਂ ਸੇਵਕ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ, ਇੱਕ ਲੜਕੀ ਜਿਸ ਦੇ ਪਾਸ ਇੱਕ ਸੋਟੀ ਲੋਹੇ ਦੇ ਪੋਲਰੇ ਵਾਲੀ ਹੈ, ਦਰਸ਼ਨ ਕਰਨ ਅਤੇ ਲੰਗਰ ਛਕਣ ਦੀ ਆਗਿਆ ਲੈਣੀ ਚਾਹੁੰਦੀ ਹੈ। ਹਜ਼ੂਰ ਬਾਬਾ ਜੀ ਨੇ ਹੁਕਮ ਦਿੱਤਾ, ਆਉਣ ਦਿਓ। ਬਾਬਾ ਜੀ ਲੋਹਾ ਮੱਥੇ ਨਹੀਂ ਲਾਉਂਦੇ ਸਨ, ਪਰ ਇਸ ਨੂੰ ਸੋਟੀ ਵੀ ਨਾਲ ਲੈ ਕੇ ਆਉਣ ਲਈ ਕਹਿ ਦਿੱਤਾ। ਸੇਵਕ ਨੇ ਉਹਨਾਂ ਨੂੰ ਬਾਬਾ ਜੀ ਦਾ ਹੁਕਮ ਸੁਣਾ ਦਿੱਤਾ। ਤਿੰਨੇ ਉੱਪਰ ਟਿੱਲਾ ਸਾਹਿਬ 'ਤੇ ਚਲੇ ਗਏ। ਬਾਬਾ ਜੀ ਨੇ ਪੁੱਛਿਆ, ਕੌਣ ਹੋ, ਕਿੱਥੋਂ ਆਏ ਹੋ ਤੇ ਕੀ ਕੰਮ ਕਰਦੇ ਹੋ? ਮੁੰਡੇ ਤਾਂ ਬੋਲੇ ਨਹੀਂ। ਉਹਨਾਂ ਦੀ ਭੈਣ ਬੋਲੀ, ਮਹਾਰਾਜ, ਮੇਰਾ ਨਾਮ ਗਾਮਾ ਹੈ, ਇਹ ਮੇਰੇ ਭਰਾ ਹਨ, ਅਸੀਂ ਚੋਰ ਹਾਂ, ਸਾਡਾ ਕੰਮ ਚੋਰੀ ਕਰਨਾ ਹੈ। ਦਿਨ ਦੇ ਵਕਤ ਮੈਂ ਮੰਗਣ ਦੇ ਬਹਾਨੇ ਘਰ ਦੀਆਂ ਜਨਾਨੀਆਂ ਕੋਲ ਅੰਦਰ ਚਲੀ ਜਾਂਦੀ ਹਾਂ ਤੇ ਨਿਗਾਹ ਕਰ ਆਉਂਦੀ ਹਾਂ ਕਿ ਕੰਧ ਨੂੰ ਕਿਸ ਥਾਂ ਤੋਂ ਪਾੜ ਲੱਗ ਸਕਦਾ ਹੈ। ਜਦੋਂ ਰਾਤ ਹੋ ਜਾਂਦੀ ਹੈ ਤਾਂ ਅਸੀਂ ਪਾੜ ਲਾ ਕੇ ਚੋਰੀ ਕਰਦੇ ਹਾਂ ਤੇ ਆਪਣਾ ਗੁਜ਼ਾਰਾ ਕਰਦੇ ਹਾਂ। ਅਸੀਂ ਜਾਤ ਦੇ ਸਾਂਸੀ ਹਾਂ। ਪਾਤਸ਼ਾਹ ਨੇ ਬਚਨ ਕੀਤਾ, ਇਹ ਜੋ ਸੋਟੀ ਤੇਰੇ ਪਾਸ ਹੈ ਸਾਨੂੰ ਦੇ ਦੇ। ਮਹਾਰਾਜ, ਤੁਸੀਂ ਇਸ ਤੋਂ ਚੰਗੀ ਬਣਾ ਲਵੋਗੇ, ਇਹ ਤਾਂ ਮੈਂ ਕੁੱਤੇ ਬਿੱਲੀ ਤੋਂ ਰੱਖੀ ਹੈ। ਗਾਮਾ ਨੇ ਜਵਾਬ ਦਿੱਤਾ, ਇਹ ਸੋਟੀ ਸਾਨੂੰ ਦੇ ਦੇ, ਅਸੀਂ ਇਸ ਤੋਂ ਕਈ ਕੰਮ ਲਿਆ ਕਰਾਂਗੇ, ਤੈਨੂੰ ਇਸ ਸੋਟੀ ਬਦਲੇ ਰਾਣੀ ਬਣਾ ਦਿਆਂਗੇ। ਗਾਮਾ ਨੇ ਸੋਟੀ ਦੇ ਦਿੱਤੀ ਤੇ ਹਜ਼ੂਰ ਨੇ ਬਚਨ ਕੀਤਾ, ਜਾ ਤੂੰ ਰਾਣੀ ਬਣ ਗਈ।
ਲੰਗਰ ਛਕਣ ਉਪਰੰਤ ਉੱਥੇ ਨਹੀਂ ਚਲੇ ਗਏ। ਕੁਝ ਦਿਨਾਂ ਬਾਅਦ ਹੀ ਉਹ ਬਹਾਵਲਪੁਰ ਰਿਆਸਤ ਵਿੱਚ ਉਹ ਚੋਰੀ ਕਰਨ ਦਾ ਕੰਮ ਕਰਨ ਲੱਗੇ। ਇੱਕ ਦਿਨ ਮੌਕੇ 'ਤੇ ਹੀ ਚੋਰੀ ਕਰਦੇ ਫੜੇ ਗਏ। ਮੁਕੱਦਮਾ ਚੋਰੀ ਦਾ ਚੱਲਿਆ ਅਤੇ ਕੈਦ ਹੋ ਗਈ। ਤਿੰਨਾਂ ਨੂੰ ਬਹਾਵਲਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇੱਕ ਦਿਨ ਨਵਾਬ ਬਹਾਵਲਪੁਰ ਜੇਲ੍ਹ ਦਾ ਮੁਆਇਨਾ ਕਰਨ ਆਇਆ। ਜਦ ਨਵਾਬ ਗਾਮਾ ਦੀ ਬੈਰਕ ਅੱਗੇ ਪਹੁੰਚਿਆ ਤਾਂ ਇਸ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਹੀ ਰੁਕ ਗਿਆ ਅਤੇ ਜੇਲ੍ਹ ਅਧਿਕਾਰੀ ਨੂੰ ਪੁੱਛਣ ਲੱਗਾ, ਇਹ ਲੜਕੀ ਕੌਣ ਹੈ? ਇਹ ਕਿਸ ਦੋਸ਼ ਵਿੱਚ ਕੈਦ ਕੱਟ ਰਹੀ ਹੈ? ਅਧਿਕਾਰੀ ਨੇ ਜਵਾਬ ਦਿੱਤਾ, ਜਨਾਬ, ਇਹ ਲੜਕੀ ਤੇ 2 ਇਸਦੇ ਭਾਈ ਚੋਰੀ ਦੇ ਕੇਸ ਵਿੱਚ ਕੈਦ ਕੱਟ ਰਹੇ ਹਨ। ਨਵਾਬ ਨੇ ਹੁਕਮ ਦਿੱਤਾ, ਇਸ ਨੂੰ ਤੁਰੰਤ ਰਿਹਾ ਕਰਕੇ ਮੇਰੇ ਮਹਿਲਾਂ ਵਿੱਚ ਭੇਜਿਆ ਜਾਵੇ। ਮੈਂ ਇਸ ਨਾਲ ਨਿਕਾਹ ਕਰਾਂਗਾ। ਇਹ ਮੇਰੀ ਬੇਗਮ ਬਣੇਗੀ। ਹੁਕਮ ਦੀ ਤੁਰੰਤ ਤਾਮੀਲ ਕੀਤੀ ਜਾਵੇ। ਬੰਦੀਖਾਨੇ ਤੋਂ ਮਹਿਲਾਂ ਵਿੱਚ ਪਹੁੰਚ ਗਈ। ਨਵਾਬ ਨੇ ਕਾਜ਼ੀ ਬੁਲਾ ਕੇ ਨਿਕਾਹ ਕਰਵਾ ਲਿਆ। ਗਾਮਾ ਰਾਣੀ ਬਣ ਗਈ। ਮਹਾਂਪੁਰਖਾਂ ਦਾ ਬਚਨ ਟਲ ਸੀ, ਪਰ ਤੱਖ ਰੂਪ ਵਿੱਚ ਸਾਹਮਣੇ ਆ ਗਿਆ। ਹਾਰ ਸ਼ਿੰਗਾਰ ਲੱਗਿਆ ਹੋਇਆ ਹੈ। ਮਨ ਬਾਬਾ ਜੀ ਦੇ ਚਰਨਾਂ ਵਿੱਚ ਸਜਦਾ ਕਰ ਰਿਹਾ ਹੈ ਤੇ ਅਥਰੂ ਪਿਆਰ ਨਾਲ ਚਰਨਾਂ ਨੂੰ ਮਨ ਦੀ ਕਲਪਨਾ ਰਾਹੀਂ ਧੋ ਰਹੇ ਹਨ। ਮਹਾਂਪੁਰਖਾਂ ਅੱਗੇ ਸੱਚ ਬੋਲਣ ਦੀ ਇਹੀ ਪਦਵੀ ਮਿਲੀ। ਨਵਾਬ ਨੂੰ ਕਹਿ ਕੇ ਆਪਣੇ ਭਰਾ ਵੀ ਰਿਹਾ ਕਰਵਾ ਲਏ ਤੇ ਉਹਨਾਂ ਨੂੰ ਇੱਕ ਪਿੰਡ ਗੁਜ਼ਾਰੇ ਲਈ ਦੇ ਦਿੱਤਾ। ਮਹਿਲਾਂ ਵਿੱਚ ਰਹਿੰਦੀ ਹੋਈ ਵੀ ਸਤਿਗੁਰਾਂ ਦੇ ਬਚਨ ਹਰ ਵੇਲੇ ਯਾਦ ਰੱਖਦੀ। ਇੱਕ ਦਿਨ ਸਾਰੀ ਹਕੀਕਤ ਨਵਾਬ ਨੂੰ ਸੁਣਾ ਦਿੱਤੀ। ਉਸ ਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ। ਕੁਝ ਸਮੇਂ ਬਾਅਦ ਦੋਨੋਂ ਪਤੀ ਪਤਨੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪੁੱਚੋ ਕਲਾਂ ਪਹੁੰਚ ਗਏ। ਸੇਵਕ ਪਾਸ ਅਰਜ਼ੋਈ ਕੀਤੀ ਕਿ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਸੇਵਕ ਨੇ ਬਾਬਾ ਜੀ ਅੱਗੇ ਉਹਨਾਂ ਦੀ ਅਰਜ਼ ਗੁਜ਼ਾਰੀ ਤਾਂ ਹੁਕਮ ਮਿਲਿਆ, ਆ ਜਾਣ ਦਿਓ। ਨਵਾਬ ਅਤੇ ਬੇਗਮ ਨਮਸਕਾਰ ਕਰਕੇ ਬੈਠ ਗਏ। ਹਜੂਰ ਨੇ ਤੱਕ ਕੇ ਬਚਨ ਕੀਤਾ, ਬਣ ਗਈ ਨਾ ਰਾਣੀ? ਆ ਪਈ ਹੈ ਤੇਰੀ ਸੋਟੀ, ਇਸਨੇ ਰਾਣੀ ਬਣਾ ਦਿੱਤਾ ਹੈ, ਪਰ ਇਹ ਹੁਣ ਸਾਡੇ ਕੋਲ ਹੀ ਰਹੇਗੀ। ਬੇਗਮ ਨੇ ਅੱਗੇ ਹੋ ਕੇ ਕੁਝ ਮਾਇਆ ਭੇਟ ਕਰਨੀ ਚਾਹੀ, ਪਰ ਹਜੂਰ ਨੇ ਰੋਕ ਦਿੱਤਾ, ਕਿਉਂਕਿ ਉਸ ਦੇ ਮਨ ਦੀ ਭਾਵਨਾ ਅੰਤਰਜਾਮਤਾ ਦੀ ਨਜ਼ਰ ਨਾਲ ਦੇਖ ਲਈ ਸੀ। ਇਹ ਮੁੰਡਾ ਚਾਹੁੰਦੀ ਹੈ। ਵਚਨ ਕੀਤਾ, ਮੁੰਡਾ ਅਜੇ ਨਹੀਂ ਹੋਵੇਗਾ। ਦਰਸ਼ਨ ਕਰਨ ਉਪਰੰਤ ਮੁੜ ਗਏ। ਦੂਜੀ ਵਾਰ ਫਿਰ ਆਈ। ਹਜੂਰ ਨੇ ਫਿਰ ਵਚਨ ਕੀਤਾ, ਅਜੇ ਕੋਈ ਮਸਲਾ ਤੁਹਾਡੇ ਘਰ ਨਹੀਂ ਜੰਮਦਾ। ਉਸਨੇ ਵੀ ਪੱਲਾ ਨਹੀਂ ਛੱਡਿਆ, ਕਿਉਂਕਿ ਉਸਨੇ ਪ੍ਰਤੱਖ ਦੇਖ ਲਿਆ ਸੀ ਕਿ ਪੂਰਨ ਮਹਾਂਪੁਰਖ ਸਰਬ ਸ਼ਕਤੀਮਾਨ ਹਨ। ਤੀਸਰੀ ਵਾਰ ਫਿਰ ਆ ਗਈ। ਹਜੂਰ ਨੇ ਪ੍ਰਸੰਨਤਾ ਅੰਦਰ ਬਚਨ ਕੀਤਾ, ਹੁਣ ਪੁੱਤਰ ਹੋਵੇਗਾ। ਸ਼ਹਿਨਸ਼ਾਹ ਪਾਸੋਂ ਮਿੱਠੀਆਂ ਮੁਰਾਦਾਂ ਲੈ ਕੇ ਵਾਪਸ ਚਲੀ ਗਈ। ਸਾਲ ਬਾਅਦ ਘਰ ਪੁੱਤਰ ਹੋ ਗਿਆ। ਚੌਥੀ ਵਾਰ ਝੋਲੀਆਂ ਭਰ ਕੇ ਦਰਸ਼ਨ ਕਰਨ ਲਈ ਆਈ ਤੇ ਨਾਲ ਹੀ ਕੁਝ ਭੇਟਾਂ ਲੈ ਕੇ ਆਈ। ਭੇਟਾਂ 500 ਰੁਪਈਆ, ਇੱਕ ਸ਼ਾਹੀ ਲਿਬਾਸ ਵਾਲੀ ਪੋਸ਼ਾਕ, ਜ਼ਰੀਦਾਰ ਜੋੜਾ ਕੰਗਣਾ ਦੀ ਜੋੜੀ, ਹੱਥ ਦੀਆਂ ਉਂਗਲਾਂ ਵਾਸਤੇ ਛਾਪ ਜਿਨ੍ਹਾਂ ਵਿੱਚ ਨਗ ਜੜੇ ਹੋਏ ਸਨ, ਸੋਨੇ ਦੀ ਛੜੀ, ਜ਼ਰੀਦਾਰ ਦਸਤਾਰ ਅਤੇ ਕਈ ਕੁਝ ਲੈ ਕੇ ਆਈ। ਹਜੂਰ ਹੱਸ ਕੇ ਬਚਨ ਕਰਨ ਲੱਗੇ, ਇਸ ਦੀ ਕੀ ਲੋੜ ਸੀ? ਸਾਡੇ ਇਹ ਕਿਸ ਕੰਮ ਹੈ? ਬੇਗਮ ਨੇ ਸਰਨਵਾ ਬੇਨਤੀ ਕੀਤੀ, ਹਜੂਰ, ਇਹ ਦਾਤ ਵੀ ਤੇ ਪੁੱਤਰ ਦੀ ਦਾਤ ਵੀ, ਇਹ ਸਭ ਕੁਝ ਤੁਹਾਡਾ ਹੀ ਹੈ, ਕੰਮ ਆਏਗਾ। ਜਿਵੇਂ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ,
क्या लागे मेरा। ਬੇਨਤੀ ਉਪਰੰਤ ਹਜ਼ੂਰ ਨੇ ਸਭ ਚੀਜ਼ਾਂ ਪ੍ਰਵਾਨ ਕਰ ਲਈਆਂ। ਸ਼ਾਹੀ ਲਿਬਾਸ ਕਦੇ ਕਦੇ ਰਾਤ ਨੂੰ ਪਹਿਨਦੇ ਸਨ। ਫਿਰ ਰਜਾਈ ਦੀ ਬੁੱਕਲ ਮਾਰ ਕੇ ਵੀ ਕੁਝ ਸਮਾਂ ਬੈਠੇ ਰਹਿਣਾ, ਫਿਰ ਖਜ਼ਾਨੇ ਵਿੱਚ ਸੰਭਾਲ ਦੇਣਾ। ਸੋਟੀ ਦੇ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਹਨ। ਇਸ ਨੂੰ ਰਾਣੀ ਵਾਲੀ ਸੋਟੀ ਆਖਦੇ ਹਨ। ਹਜ਼ੂਰ ਦੇ ਸਮੇਂ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਬਚਨ ਕਰਦੇ ਸਨ, ਰਾਣੀ ਵਾਲੀ ਸੋਟੀ ਇਸ ਦੇ ਨਾਲ ਪਾ ਦਿਓ, ਠੀਕ ਹੋ ਜਾਵੇਗਾ। ਇਸ ਤਰ੍ਹਾਂ ਬਿਮਾਰ ਨੂੰ ਆਰਾਮ ਆ ਜਾਂਦਾ। ਕੱਚੀ ਪੁੱਚੋ ਦੇ ਸੇਵਕ ਭਾਈ ਜੈਮਲ ਸਿੰਘ ਦੇ 3 ਲੜਕੇ ਸਨ। ਜਲੋਰ ਸਿੰਘ ਉਮਰ 27 ਸਾਲ ਅਤੇ ਜਿਉਣ ਸਿੰਘ ਦੀ ਉਮਰ 22 ਸਾਲ, ਦੋਵੇਂ ਸ਼ਾਦੀशुदा ਸਨ। ਅਚਾਨਕ ਦੋਨਾਂ ਦੀ ਮੌਤ ਹੋ ਗਈ। ਵਿਚਕਾਰਲਾ ਲੜਕਾ ਈਸ਼ਰ ਸਿੰਘ ਕੁਆਰਾ ਸੀ। ਇੱਕ ਮਾਈ ਨੇ ਇਸ ਤੇ ਚਾਦਰ ਪਾ ਲਈ। ਪਿਤਾ ਜੈਮਲ ਸਿੰਘ ਪੁੱਤਰਾਂ ਦੀ ਮੌਤ ਦਾ ਸਦਮਾ ਨਾ ਝੱਲ ਸਕਿਆ, ਉਹ ਵੀ ਚੜ੍ਹਾਈ ਕਰ ਗਿਆ। ਕਿਸੇ ਨੇ ਬਾਬਾ ਜੀ ਨੂੰ ਖਬਰ ਦਿੱਤੀ ਕਿ ਜੈਮਲ ਸਿੰਘ ਚੜ੍ਹਾਈ ਕਰ ਗਿਆ ਹੈ। ਹਜ਼ੂਰ ਨੇ ਬਚਨ ਕੀਤਾ, ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਉਸਨੇ ਅਜੇ ਨਹੀਂ ਮਰਨਾ ਸੀ। ਉਸ ਦੇ ਅਜੇ 27 ਸਾਲ ਬਾਕੀ ਸਨ। ਉਸ ਨੂੰ ਜਾਣ ਨਹੀਂ ਦੇਣਾ ਸੀ। ਚੰਗਾ, ਇਸ ਘਰ ਹੀ ਫਿਰ ਜਨਮ ਲਵੇਗਾ। 1 ਸਾਲ ਬਾਅਦ ਈਸ਼ਰ ਸਿੰਘ ਦੇ ਘਰ ਲੜਕਾ ਪੈਦਾ ਹੋਇਆ। ਬਾਬਾ ਜੀ ਪਾਸ ਲੜਕੇ ਬਾਰੇ ਦੱਸਿਆ ਤਾਂ ਬਚਨ ਹੋਇਆ, ਇਹ ਜੈਮਲ ਸਿੰਘ ਮੁੜ ਕੇ ਆਇਆ ਹੈ। ਆਪਣੇ ਘਰ ਵਿੱਚ 27 ਸਾਲ ਬਾਕੀ ਉਮਰ ਗੁਜ਼ਾਰੇਗਾ ਤੇ ਬਾਕੀ ਹੋਰ ਉਮਰ ਵੀ ਲਵੇਗਾ ਜੋ ਇਸ ਜਨਮ ਦੀ ਹੈ। 27 ਸਾਲ ਬਾਅਦ ਇਹ ਲੜਕੇ ਗੁਰਬਚਨ ਸਿੰਘ ਦੇ ਕਹੀ ਵੱਜੀ ਅਤੇ ਲੱਤ ਖਰਾਬ ਹੋ ਗਈ। ਡਾਕਟਰ ਨੇ ਸਲਾਹ ਦਿੱਤੀ ਕਿ ਇਸ ਦੀ ਲੱਤ ਕੱਟਣੀ ਪਵੇਗੀ ਕਿਉਂਕਿ ਪਲਮ ਦੌੜ ਗਈ ਹੈ। ਹਜ਼ੂਰ ਉਸ ਸਮੇਂ ਚੋਲਾ ਛੱਡ ਗਏ ਸਨ। ਗੁਰਬਚਨ ਸਿੰਘ ਦੇ ਮਾਮੇ ਮੋਤਾ ਸਿੰਘ ਨੂੰ ਮਹਾਂਪੁਰਖਾਂ ਦਾ ਬਚਨ ਯਾਦ ਆਇਆ ਕਿ ਇਹ ਇਸ ਜਨਮ ਦੀ ਉਮਰ ਭੋਗੇਗਾ। ਚਲੋ ਉੱਥੇ ਹੀ ਲੈ ਕੇ ਜਾਂਦੇ ਹਾਂ। ਗੁਰਬਚਨ ਸਿੰਘ ਨੂੰ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚ ਗਏ। ਉਸ ਸਮੇਂ ਗੱਦੀ ਉੱਪਰ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਬਿਰਾਜਮਾਨ ਸਨ। ਉਹਨਾਂ ਪਾਸ ਬੇਨਤੀ ਕੀਤੀ ਕਿ ਮਹਾਰਾਜ, ਇਸ ਦੀ ਲੱਤ ਕੱਟਣੀ ਪਵੇਗੀ, ਕਿਰਪਾ ਕਰੋ। ਬਾਬਾ ਜੀ ਨੇ ਬਚਨ ਕੀਤਾ, ਕੋਈ ਗੱਲ ਨਹੀਂ, ਇਹ ਉਹਨਾਂ ਦੇ ਬਚਨ ਨਾਲ ਪੈਦਾ ਹੋਇਆ ਹੈ। ਇਸ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਇਹ ਰਾਣੀ ਵਾਲੀ ਸੋਟੀ ਇਸ ਦੇ ਨਾਲ ਪਾ ਦਿਓ, ਠੀਕ ਹੋ ਜਾਵੇਗਾ। ਬਚਨ ਅਟਲ ਹੋ ਗਿਆ। ਗੁਰਬਚਨ ਸਿੰਘ ਠੀਕ ਹੋ ਗਿਆ ਅਤੇ ਗੁਰਬਚਨ ਸਿੰਘ ਇਹ ਸਤਰਾਂ ਲਿਖਣ ਵੇਲੇ ਤੱਕ ਮੌਜੂਦ ਸੀ। ਕੋਈ ਅੰਦਾਜ਼ਾ ਸਾਲ ਕੁ ਪਹਿਲਾਂ ਇੱਕ ਸੇਠ ਅਬੋਹਰ ਤੋਂ ਬਾਬਾ ਜੀ ਦੇ ਡੇਰੇ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਗਾਮਾ ਸ਼ੈਸ਼ਣ ਦਾ ਉਹ ਲੜਕਾ ਸਾਡੀ ਰਿਆਸਤ ਬਹਾਵਲਪੁਰ ਦਾ ਰਾਜਾ ਸੀ। ਬਟਵਾਰਾ ਹੋਣ ਤੋਂ ਬਾਅਦ ਅਸੀਂ ਅਬੋਹਰ ਆ ਗਏ।